औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। सज्जनों ते बेलियो अस्सलाम वालेकुम। लंदन तू पंजाबी रॉकेट साइंस चैनल दी नशरियात दे विच तुहानू सारिआं नू सत बिस्मिल्लाह जी आयां नू पहर अगले वेलकम कहना आ। अज जिहड़ी शख्सियत ने तुहाडी इस डेरेदारी ते तशरीफ लिआंदी है किसी तारफ के मुताज नहीं है। जनाब मुमताज सियासी ते समाजी शख्सियत ने जिले सदर ने पाकिस्तान मुस्लिम लीग नून डिस्ट्रिक्ट गुजरात के सबक चेयरमैन ने यूनियन कौंसल धूमा मलका दे और जनाब बामता खानदान पंजाब का एक बहुत बड़ा घराना बहुत वड्डी चदरा बामता खानदान के चश्मो चिराग ने चौधरी आमर मेहदी बामता साहब अस्सलाम वालेकुम वेलकम ते बहुत शुक्रिया तुसी टाइम कढ़िया। राय साहब वालेकुम सलाम। मैं ਤੁਹਾਡੀ ਖਿਦਮਤ ਵੀ ਸਲਾਮ ਅਰਜ਼ ਕਰਨਾ, ਤੁਹਾਡੀ ਟੀਮ ਦੇ ਖਿਦਮਤ ਵੀ ਸਲਾਮ ਅਰਜ਼ ਕਰਨਾ। ਰਾਏ ਸਾਹਿਬ ਮੈਂ ਤੁਹਾਡੇ ਵਿਊਅਰ ਜਿਹੜੇ ਸੁਣਨ ਵਾਲੇ ਨੇ ਪਾਕਿਸਤਾਨ ਵਿੱਚ ਵੀ ਪਾਕਿਸਤਾਨ ਤੋਂ ਬਾਹਰ ਉਹਨਾਂ ਸਾਰਿਆਂ ਦੀ ਖਿਦਮਤ ਵੀ ਸਲਾਮ ਅਰਜ਼ ਕਰਨਾ। ਰਾਏ ਸਾਹਿਬ ਮੈਂ ਤੁਹਾਡਾ ਵੀ ਸ਼ੁਕਰੀਆ ਅਦਾ ਕਰਨਾ ਤੇ ਤੁਹਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੈਨੂੰ ਦਾਵਤ ਦਿੱਤੀ ਹੈ ਇਸ ਪਲੇਟਫਾਰਮ ਤੋਂ ਗੱਲ ਕਰਨ ਦੀ, ਕਿਉਂਕਿ ਇੱਕ ਸਿਆਸੀ ਵਰਕਰ ਹੁੰਦਾ ਨਾ ਜਿਹੜਾ ਉਹਦਾ ਸਭ ਨਾਲੋਂ ਜਿਹੜਾ ਅਵਲੀਨ ਕੰਮ ਹੁੰਦਾ ਹੈ ਕਿ ਉਹ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕੇ। ਮੈਂ ਫਿਰ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਨਾ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ ਮੈਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕਾਂ। ਜੋਈ ਸਾਹਿਬ ਬਹੁਤ ਸ਼ੁਕਰੀਆ। ਤੇ ਅੱਜ ਤੁਹਾਨੂੰ ਅਮਰੀਕਾ, ਕੈਨੇਡਾ, ਯੂਕੇ, ਯੂਰਪ, ਅਰਬਾਂ ਮੁਲਕਾਂ 'ਚ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਪਰ ਨਿਊਜ਼ੀਲੈਂਡ, ਆਸਟ੍ਰੇਲੀਆ ਜੋਈ ਸਾਹਿਬ ਜਿੱਥੇ ਜਿੱਥੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ ਉਹ ਸਾਰੇ ਤੁਹਾਡੀਆਂ ਗੱਲਾਂ ਸੁਣਨ ਦੇ ਆਪਣੇ ਬਾਰੇ 'ਚ ਦੱਸੋ, ਆਪਣਾ ਤਾਰਫ ਆਪਣੀ ਜ਼ੁਬਾਨੀ ਕਰਾਓ ਸਾਰਿਆਂ ਪੰਜਾਬੀਆਂ ਨੂੰ। ਅੱਜ ਰਾਏ ਸਾਹਿਬ ਸਾਡਾ ਪਿੰਡ ਹੈ ਬਾਮਤਾ, ਇਹ ਭਿੰਬਰ ਰੋਡ ਤੇ ਵਾਕਿਆ ਹੈ। ਗੁਜਰਾਤ ਤੋਂ ਤਕਰੀਬਨ 10-12 ਕਿਲੋਮੀਟਰ ਪਰਬਤ ਵਾਲੀ ਸਾਈਡ ਤੇ ਪਹਾੜ ਵਾਲੀ ਸਾਈਡ ਤੇ ਪਿੰਡ ਵਾਕਿਆ ਹੈ। ਮੇਰੇ ਵਾਲਦ ਸਾਹਿਬ ਦਾ ਨਾਂ ਚੌਧਰੀ ਮਹਿੰਦੀ ਖਾਨ ਸਾਹਿਬ ਸੀ, ਉਹ ਸਾਬਕਾ ਚੇਅਰਮੈਨ ਸੀ। 1964 ਵਿੱਚ ਉਹ ਚੇਅਰਮੈਨ ਮੁੰਤਖਬ ਹੋਏ, ਫਿਰ ਉਹ ਜ਼ਿਲ੍ਹਾ ਕੌਂਸਲ ਦੇ ਮੈਂਬਰ ਵੀ ਮੁੰਤਖਬ ਹੋਏ। ਉਹਨਾਂ ਨੇ ਇੱਕ ਤਵੀਲ ਜਦੋਜਹਿਦ ਸੀ, ਉਹਨਾਂ ਸਾਰੀ ਜ਼ਿੰਦਗੀ ਦੁਨੀਆਦਾਰੀ ਵੀ ਤੇ ਸਿਆਸਤ ਵਿੱਚ ਗੁਜ਼ਾਰੀ। ਉਹ ਬੜੇ ਪਾਕ ਦਾਮਨ ਤੇ ਅੱਛੀ ਗੱਲ ਦੇ ਮਾਲਕ ਸੀ। ਰਾਏ ਸਾਹਿਬ ਮੈਂ ਬਾਮਤਾ ਜੀ ਪੈਦਾ ਹੋਇਆ, ਮੈਂ ਇਬਤਦਾਈ ਤਾਲੀਮ ਸਾਡੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਸੀ ਉੱਥੋਂ ਹਾਸਲ ਕੀਤੀ। ਫਿਰ ਰਾਏ ਸਾਹਿਬ ਸਾਡੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਸੀ, ਵਾਲੀ ਇੱਕ ਪਿੰਡ ਸੀ ਗੌਰਮੈਂਟ ਹਾਈ ਸਕੂਲ ਚੇਚੀਆਂ, ਉੱਥੋਂ ਮੈਂ ਮਿਡਲ ਦੀ ਤੇ ਹਾਈ ਸਕੂਲ ਦੀ ਤਾਲੀਮ ਹਾਸਲ ਕੀਤੀ। ਉਸ ਤੋਂ ਬਾਅਦ ਉੱਥੋਂ ਮੈਂ ਮੈਟਰਿਕ ਕੀਤਾ। ਮੈਟਰਿਕ ਤੋਂ ਬਾਅਦ ਮੈਂ ਆਪਣੇ ਕਾਲਜ ਦੀ ਤਾਲੀਮ ਹੈ ਜਿਹੜੀ ਉਹ ਜ਼ਿਮੀਂਦਾਰਾ ਕਾਲਜ ਤੋਂ ਹਾਸਲ ਕੀਤੀ। ਰਾਏ ਸਾਹਿਬ ਜਿਵੇਂ ਮੈਂ ਆਪਣੀ ਕਾਲਜ ਦੀ ਤਾਲੀਮ ਹਾਸਲ ਕਰ ਲਈ, ਫਿਰ ਕੁਛ ਅਰਸੇ ਤੋਂ ਬਾਅਦ ਮੈਂ ਅਮਰੀਕਾ ਚਲਾ ਗਿਆ ਤੇ ਮੈਂ ਮਿਹਨਤ ਕੀਤੀ, ਆਪਣਾ ਕਾਰੋਬਾਰ ਕੀਤਾ। ਉਹਦੇ ਤੋਂ ਬਾਅਦ ਮੇਰੇ ਵਾਲਦ ਸਾਹਿਬ ਦੀ ਸਿਹਤ ਕੋ ਖਰਾਬ ਹੋਣ ਲੱਗ ਪਈ। ਮੈਂ ਵਾਪਸ ਆਪਣੇ ਮੁਲਕ ਵਿੱਚ ਆ ਕੇ ਆਪਣੇ ਘਰ ਦੀ, ਆਪਣੇ ਡੇਰੇਦਾਰੀ ਦੀ, ਆਪਣੇ ਵਾਲਦ ਸਾਹਿਬ ਦੀ ਸਿਆਸਤ ਦਾ ਵਾਹ ਗਿਆ। ਇੰਜ ਮੈਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਤੇ ਅੱਜ ਤੱਕ ਉਹ ਸਾਰਾ ਸਿਸਟਮ ਜਿਹੜਾ ਅੱਜ ਤੱਕ ਮੈਂ ਚਲਾਉਣਾ ਪਿਆ। ਸਹੀ। ਤੇ ਚੋਈ ਸਾਹਿਬ ਤੁਸੀਂ ਅਮਰੀਕਾ ਰਹੇ ਹੋ, ਤੁਹਾਡੇ ਬੱਚੇ ਅਮਰੀਕਾ, ਤੁਹਾਡੀ ਫੈਮਿਲੀ ਅਮਰੀਕਾ, ਤੇ ਤੁਸੀਂ ਵੀ ਉੱਥੇ ਮੌਜਾਂ ਕਰਨੀਆਂ ਸਨ। ਪਾਕਿਸਤਾਨ ਕਿੱਧਰ ਆ ਗਏ ਹੋ ਤੁਸੀਂ? ਰਾਜ ਸਾਹਿਬ ਇਹ ਜਿਹੜੀ ਗੱਲ ਹੈ ਨਾ ਕਿ ਮੈਨੂੰ ਇਹ ਗੱਲ ਬਿਲਕੁਲ ਹਕੀਕਤ ਹੈ। ਮੇਰੇ ਬੱਚੇ ਉੱਥੇ, ਸਾਡਾ ਕਾਰੋਬਾਰ ਉੱਥੇ, ਸਾਨੂੰ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਨੇ ਉੱਥੇ ਨੇ, ਫਿਰ ਵੀ ਅਸੀਂ ਆਪਣੇ ਮੁਲਕ, ਆਪਣੀ ਕੌਮ, ਆਪਣਾ ਘਰ, ਆਪਣੇ ਬਾਉਜਦਾਦ ਨੂੰ ਨਹੀਂ ਛੱਡ ਸਕਦੇ। ਜਿਹੜੀ ਸਾਡੇ ਬਾਉਜਦਾਦ ਨੇ ਕੰਮ ਸ਼ੁਰੂ ਕੀਤਾ ਸੀ ਉਹਨੂੰ ਅਸੀਂ ਪੂਰਾ ਨਹੀਂ ਛੱਡ ਸਕਦੇ ਹੈ ਵੀ। ਰਾਜ ਸਾਹਿਬ ਮੈਂ ਦਿਲ ਵਿੱਚ ਐਦ ਕੀਤਾ ਸੀ ਕਿ ਮੈਂ ਇਹ ਜਿਹੜੀਆਂ ਨੇ ਅਸਾਇਸ਼ੀ ਜ਼ਿੰਦਗੀ ਨੂੰ ਛੱਡ ਕੇ ਤੇ ਮੈਂ ਆਪਣੇ ਵਾਲਦੈਨ ਦੀ ਡੇਰੇਦਾਰੀ ਜਿਹੜੀ ਹੈ ਉਹਨੂੰ ਚਲਾਉਣਾ। ਮੈਂ ਉਹਨਾਂ ਜਿਹੜਾ ਰਸਤਾ ਸਾਡੇ ਵਾਸਤੇ ਚੁਣਿਆ ਸੀ, ਆਪਣੇ ਘਰ ਵਾਸਤੇ ਚੁਣਿਆ ਸੀ, ਉਹਨੂੰ ਮੈਂ ਅੱਗੇ ਲੈ ਕੇ ਜਾਣਾ। ਉਹ ਅੱਲਾ ਦੇ ਫਜ਼ਲ ਨਾਲ ਤੇ ਕਰਮ ਨਾਲ ਮੈਂ ਇਹ ਸਾਰਾ ਘਰ ਆਪਣੇ ਤੇ ਪਾ ਕੇ ਤੇ ਮੈਂ ਇਹ ਸਾਰੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਤੇ ਅੱਲਾ ਦਾ ਹੁਕਮ ਹੋਇਆ ਤੇ ਅੱਗੋਂ ਵੀ ਰਾਜਾ ਸਾਹਿਬ ਮੈਂ ਇਹ ਕੰਮ ਕਰਦਾ ਰਹਾਂਗਾ।
ਇਹ ਜਿਹੜੀ ਮੇਰੇ ਵਾਲਦੈਨ ਨੇ ਮੈਨੂੰ ਰਸਤਾ ਦਿੱਤਾ, ਮੇਰੇ ਵਾਲਦ ਸਾਹਿਬ ਨੇ ਸਾਨੂੰ ਇੱਕ ਰਸਤਾ ਦਿੱਤਾ ਹੈ, ਮੈਂ ਉਹਦੇ ਤੇ ਹਮੇਸ਼ਾ ਚੱਲਦਾ ਰਵਾਂਗਾ। ਔਰ ਮੇਰੇ ਵਾਲਦ ਸਾਹਿਬ ਦੀ ਖੁਆਇਸ਼ ਸੀ ਕਿ ਸਾਡਾ ਡੇਰਾ ਕਦੇ ਬੰਦ ਨਾ ਹੋਵੇ, ਇਹ ਸਿਲਸਿਲਾ ਕਦੇ ਬੰਦ ਨਾ ਹੋਵੇ। ਇਹਦੇ ਵਿੱਚ ਮੈਨੂੰ ਆਪਣੇ ਵਾਲਦ ਸਾਹਿਬ ਦੀ ਬੜੀ ਦੁਆ ਹੈ ਕਿ ਉਹ ਕਹਿੰਦੇ ਸੀ ਕਿ ਤੂੰ ਯਾਰ ਇਹ ਦੁਆ, ਤੇਰਾ ਡੇਰਾ ਚੱਲਦਾ ਰਹੇ, ਤੇਰਾ ਡੇਰਾ ਕਦੇ ਬੰਦ ਨਾ ਹੋਵੇ। ਉਹ ਮੈਨੂੰ ਉਹਨਾਂ ਦੀ ਦੁਆਵਾਂ ਦੇ ਸਿਲੇ ਨਾਲ ਅੱਜ ਮੇਰਾ ਸਿਸਟਮ ਤੇ ਬਿਹਤਰ ਤਰੀਕੇ ਨਾਲ ਅੱਲਾ ਦੇ ਹੁਕਮ ਨਾਲ ਰਾਏ ਸਾਹਿਬ ਚੱਲਦਾ ਹੈ। ਮੈਂ ਉਸ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਕਿ ਉਹਨੇ ਸਾਡੇ ਤੇ ਕਰਮ ਨਵਾਜ਼ੀਆਂ ਕੀਤੀਆਂ ਨੇ ਤੇ ਉਹ ਸਾਡਾ ਸਾਰਾ ਸਿਸਟਮ ਬੜੀ ਬਿਹਤਰੀ ਨਾਲ ਚੱਲ ਰਿਹਾ। ਤੁਹਾਡੇ ਵਾਲਿਦ ਸਾਹਿਬ ਵੀ ਚੇਅਰਮੈਨ ਰਹੇ ਨੇ ਯੂਨੀਅਨ ਕੌਂਸਲ ਫਤਿਹਪੁਰ ਦੇ? ਜੀ ਰਾਏ ਸਾਹਿਬ, ਮੇਰੇ ਵਾਲਿਦ ਸਾਹਿਬ ਯੂਨੀਅਨ ਕੌਂਸਲ ਫਤਿਹਪੁਰ ਦੇ 1964 ਵਿੱਚ ਚੇਅਰਮੈਨ ਰਹੇ ਨੇ। ਫਿਰ ਬਾਅਦ ਚ ਉਹ ਜ਼ਿਲ੍ਹਾ ਕੌਂਸਲ ਦੇ ਮੁੰਤਖਬ ਹੋਏ। ਮੇਰੇ ਵਾਲਿਦ ਸਾਹਿਬ ਨੂੰ ਰਾਏ ਸਾਹਿਬ ਇੱਕ ਹੋਰ ਦਾਦ ਵੀ ਹਾਸਲ ਹੈ ਕਿ ਮੇਰੇ ਵਾਲਿਦ ਸਾਹਿਬ ਜ਼ਿਕਰ ਜਿੰਨੇ ਚੇਅਰਮੈਨ ਜਾਂ ਜ਼ਿਲ੍ਹਾ ਕੌਂਸਲ ਦੇ ਮੈਂਬਰ ਨੇ, ਸਭ ਨਾਲੋਂ ਕਮ ਉਮਰ ਤਰੀਨ ਉਹ ਚੇਅਰਮੈਨ ਤੇ ਜ਼ਿਲ੍ਹਾ ਕੌਂਸਲ ਦੇ ਮੈਂਬਰ ਨੇ। ਉਹ ਆਪਣੀ 25 ਸਾਲ ਦੀ ਉਮਰ ਵਿੱਚ ਹੀ ਉਹ ਚੇਅਰਮੈਨ ਵੀ ਮੁੰਤਖਬ ਹੋਏ, ਫਿਰ ਜ਼ਿਲ੍ਹਾ ਕੌਂਸਲ ਦੇ ਮੈਂਬਰ ਵੀ ਮੁੰਤਖਬ ਹੋਏ। ਉਹਨਾਂ ਨੂੰ ਇਜਾਜ਼ਤ ਹਾਸਲ ਹੈ। ਔਰ ਮੇਰੇ ਵਾਲਿਦ ਸਾਹਿਬ ਨੇ ਬੜੀ ਮੁਤਹਰਕ ਜ਼ਿੰਦਗੀ ਗੁਜ਼ਾਰੀ ਹੈ। ਇੱਥੇ ਜਿਹੜੇ ਬੰਦੇ ਜਾਣਦੇ ਨੇ ਰਾਏ ਸਾਹਿਬ ਮੇਰੇ ਵਾਲਿਦ ਸਾਹਿਬ ਨੂੰ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੇ ਵਾਲਿਦ ਸਾਹਿਬ ਨੇ ਬੜੀ ਸਾਫ਼ ਤੇ ਅੱਛੀ ਜ਼ਿੰਦਗੀ ਗੁਜ਼ਾਰੀ ਹੈ। ਚੋਈ ਸਾਹਿਬ, ਗੁਜਰਾਤ ਦੇ ਵਿੱਚ ਡੇਰੇਦਾਰੀ ਦਾ ਬੜਾ ਇੱਕ ਸਿਸਟਮ ਹੈ ਔਰ ਉਹ ਚੰਦ ਡੇਰੇ ਜਿਨ੍ਹਾਂ ਦੀ ਬੜੀ ਪੁਰਾਣੀ ਮਿਸਾਲ ਹੈ, ਬੜੇ ਪੁਰਾਣੇ ਡੇਰੇ ਕਾਇਮ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬਾਮਤਾ ਹਾਊਸ ਹੈ। ਕੀ ਵਜ੍ਹਾ, ਕਿਸ ਤਰ੍ਹਾਂ ਤੁਸੀਂ ਇੰਨਾ ਜ਼ਿਆਦਾ ਅਰਸੇ ਤੱਕ, ਇੰਨੇ ਜ਼ਿਆਦਾ ਸਾਲਾਂ ਤੋਂ ਬਾਮਤਾ ਹਾਊਸ ਦਾ ਡੇਰਾ ਜਿਹੜਾ ਉਹ ਕਾਇਮ ਤੇ ਦਾਇਮ ਹੈ? ਕਿਉਂਕਿ ਆਮ ਤੌਰ ਤੇ ਵੇਖਿਆ ਜਾਂਦਾ ਡੇਰੇਦਾਰੀਆਂ ਕਾਇਮ ਹੁੰਦੀਆਂ ਨੇ 5, 10 ਸਾਲ 20 ਸਾਲ ਤੋਂ ਬਾਅਦ ਖਤਮ ਹੋ ਜਾਂਦੀਆਂ ਨੇ, ਲੇਕਿਨ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਆਪਣੇ ਵਾਲਿਦ ਸਾਹਿਬ ਦਾ ਮਿਸ਼ਨ ਹੈ ਜਿਹੜਾ ਉਹਨੂੰ ਕੰਟੀਨਿਊ ਕੀਤਾ, ਇਹ ਕਿਸ ਤਰ੍ਹਾਂ ਮੁਮਕਿਨ ਹੋਇਆ? ਬਾਮਤਾ ਹਾਊਸ ਵਾਲਾ ਡੇਰਾ ਹੈ ਜਿਹੜਾ, ਇਹਦਾ ਪ੍ਰਚਾਰ ਪੂਰੇ ਜ਼ਿਲ੍ਹੇ ਗੁਜਰਾਤ ਚ ਅਜੇ ਤੱਕ ਕਿਉਂ ਹੈ? ਰਾਏ ਸਾਹਿਬ, ਮੈਂ ਤੇ ਇਹ ਕਹਾਂਗਾ ਇਹਦੇ ਚ ਮੇਰੀ ਕੋਈ ਬਹਾਦਰੀ ਨਹੀਂ ਹੈ ਵੀ, ਸਾਡੇ ਖਾਨਦਾਨ ਦੀ ਕੋਈ ਬਹਾਦਰੀ ਨਹੀਂ ਹੈ ਵੀ। ਇਹ ਸਾਡੇ ਤੇ ਅੱਲਾ ਦਾ ਫਜ਼ਲ, ਅੱਲਾ ਦਾ ਕਰਮ ਔਰ ਸਾਡੇ ਜਿਹੜੇ ਵਾਲਦੈਨ ਨੇ, ਜਿਹੜੇ ਸਾਡੇ ਵਾਲਿਦ ਸਾਹਿਬ ਨੇ, ਉਹਨਾਂ ਦੀਆਂ ਦੁਆਵਾਂ ਦਾ ਨਤੀਜਾ ਹੈ ਕਿ ਅਜੇ ਤੱਕ ਵੀ ਅਸੀਂ ਇਸ ਰਸਤੇ ਤੇ ਇਹ ਚੱਲਦੇ ਹਾਂ ਪਏ। ਰਾਏ ਸਾਹਿਬ, ਤੁਸੀਂ ਬਿਲਕੁਲ ਦਰੁਸਤ ਫਰਮਾ ਰਹੇ ਹੋ ਕਿ ਹੁਣ ਸਾਡੇ ਵਿੱਚ ਉਹ ਜਿਹੜਾ ਰੱਖ ਰਖਾਓ, ਉਹ ਵਜ਼ਾਦਾਰੀ ਹੈ ਜਿਹੜੀ, ਉਹ ਡੇਰੇਦਾਰੀ ਖਤਮ ਵੀ ਹੁੰਦੀ ਹੈ। ਸਾਡੇ ਮੁਆਸ਼ਰੇ 'ਚ ਹੁਣ ਇਹ ਲੋਕ ਇਸ ਗੱਲ ਤੋਂ ਪਿਛਾਂ ਵੀ ਹੁੰਦੇ ਨੇ। ਸਾਡੇ ਮੁਆਸ਼ਰੇ ਵੀ ਨਫਸਾ ਨਫਸੀ ਦਾ ਦੌਰ ਹੈ। ਸਾਡੇ ਮੁਆਸ਼ਰੇ 'ਚ ਹੁਣ ਇੱਕ ਦੂਜੇ ਕੋਲ ਬਹਿਣ ਦਾ ਉਹ ਨਹੀਂ ਲੋਕ ਸਮਝਦੇ ਆ ਵੀ ਕਿ ਇਹ ਬੜੀ ਅੱਛੀ ਗੱਲ ਹੈ। ਫਿਰ ਵੀ ਮੈਂ ਕੋਸ਼ਿਸ਼ ਕਰਨਾ ਆਪਣਾ ਹਰ ਚੀਜ਼ ਲਾ ਕੇ ਕਿ ਇਸ ਡੇਰੇਦਾਰੀ ਨੂੰ ਇਹ ਕਾਇਮ ਰੱਖਾਂ, ਆਪਣੇ ਦੋਸਤ ਬਾਬ ਦੀ ਖਿਦਮਤ ਕਰਾਂ। ਇਨਸ਼ਾਅੱਲਾ ਅੱਲਾ ਦਾ ਫਜ਼ਲ ਹੋਇਆ ਤੇ ਅੱਗੋਂ ਵੀ ਮੈਂ ਕਰਦਾ ਰਵਾਂਗਾ ਤੇ ਪਿੱਛੇ ਵੀ ਕਰਨੇ ਆ। ਸਾਰਾ ਆਪਣੇ ਸਿਆਸੀ ਕੈਰੀਅਰ ਦੇ ਬਾਰੇ ਚ ਅੱਜ ਪੰਜਾਬੀਆਂ ਨੂੰ ਦੱਸੋ ਪਲੀਜ਼। ਕਿਹੜੀ ਸਿਆਸੀ ਪਾਰਟੀ ਨਾਲ ਤੁਹਾਡੀ ਵਾਬਸਤਗੀ ਰਹੀ ਹੈ? ਰਾਏ ਸਾਹਿਬ, ਅਸੀਂ ਆ ਨਾ ਜਿਹੜੇ ਉਹ ਪਦਾਸ਼ੀ ਤੇ ਪੀਪਲ ਪਾਰਟੀ ਦੇ ਬੰਦੇ ਆ। ਅਸੀਂ ਸਹੀ, ਸਾਡੇ ਵਾਲਿਦ ਸਾਹਿਬ ਨੇ 1964 ਵਿੱਚ ਸਿਆਸਤ ਦਾ ਆਗਾਜ਼ ਕੀਤਾ। ਇਹਦੇ ਤੋਂ ਪਹਿਲਾਂ ਮੇਰੇ ਦਾਦਾ ਜੀ ਵੀ, ਉਹ ਵੀ ਪੰਚਾਇਤ ਦੇ ਚੇਅਰਮੈਨ ਰਹੇ। ਉਸ ਵੇਲੇ ਯੂਨੀਅਨ ਕੌਂਸਲਾਂ ਤੇ ਨਹੀਂ ਸੀ ਹੁੰਦੀਆਂ, ਪੰਚਾਇਤ ਹੁੰਦੀ ਸੀ, ਉਹਦੇ ਸਰਪੰਚ ਰਹੇ। ਜੀ ਜੀ, ਸਾਡਾ ਸਿਆਸੀ ਤਲਕ ਨਵਾਬਜ਼ਾਦਿਆਂ ਨਾਲ ਸੀ। ਮੇਰੇ ਵਾਲਿਦ ਸਾਹਿਬ ਨੇ ਜੋ ਸਿਆਸਤ ਸ਼ੁਰੂ ਕੀਤੀ, ਨਵਾਬਜ਼ਾਦਿਆਂ ਨਾਲ ਹੀ ਸਿਆਸਤ ਸ਼ੁਰੂ ਕੀਤੀ। ਉਸ ਵੇਲੇ ਨਵਾਬਜ਼ਾਦਾ ਅਸਗਰ ਅਲੀ ਸਾਹਿਬ ਜ਼ਿਲ੍ਹਾ ਕੌਂਸਲ ਦੇ ਚੇਅਰਮੈਨ ਬਣੇ, ਮੇਰੇ ਵਾਲਿਦ ਸਾਹਿਬ ਜ਼ਿਲ੍ਹਾ ਕੌਂਸਲ ਦੇ ਮੈਂਬਰ ਬਣੇ। ਇਸ ਵਾਸਤੇ ਸਾਡੀ ਸਿਆਸੀ ਵਬਸਤਗੀ ਤੇ ਨਵਾਬਜ਼ਾਦਿਆਂ ਨਾਲ ਸੀ। ਇਹਦੇ ਤੋਂ ਬਾਅਦ ਫਿਰ ਪੀਪਲਜ਼ ਪਾਰਟੀ ਦਾ ਦੌਰ ਆ ਗਿਆ, ਭੱਟੋ ਸਾਹਿਬ ਆ ਗਏ। ਸਾਡੇ ਵਾਲਿਦ ਸਾਹਿਬ ਨੇ ਪੀਪਲਜ਼ ਪਾਰਟੀ ਜੁਆਇਨ ਕੀਤੀ, ਬਲਕਿ ਸਾਡੇ ਸਾਰੇ ਖਾਨਦਾਨ ਲੱਗ ਲਾਣ ਨਹੀਂ ਪੀਪਲਜ਼ ਪਾਰਟੀ 'ਚ ਟੁਰ ਗਏ। ਅਸੀਂ, ਤੁਸੀਂ ਆਖੋ ਸਾਡੀਆਂ ਨਸਾਂ 'ਚ ਪੀਪਲਜ਼ ਪਾਰਟੀ ਦੌੜਦੀ ਸੀ। ਸਾਡੀਆਂ ਨਸਾਂ 'ਚ ਅਸੀਂ ਪੀਪਲਜ਼ ਪਾਰਟੀ 'ਚ ਰਹੇ। ਸਾਡੇ ਅਰਸਾ ਦਰਾਜ਼ ਤੋਂ ਅਸੀਂ ਉਸ ਜਮਾਤ ਨਾਲ ਖਲੋਤੇ ਰਹੇ। ਕੀ ਵਜ੍ਹਾ ਬਣੀ ਫਿਰ, ਕਿਉਂ ਤੁਸੀਂ ਚੇਂਜ ਕਰਕੇ ਤੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਵਿੱਚ ਆ ਗਏ? ਜਿਵੇਂ 2008 ਵਾਲੀ ਰਾਏ ਸਾਹਿਬ ਗੌਰਮੈਂਟ ਬਣੀ, ਅਸੀਂ ਦੇਖਿਆ ਉਹਨਾਂ ਦੇ ਹਾਲਾਤ, ਉਹਨਾਂ ਕੋਲ ਗੌਰਮੈਂਟ ਨਹੀਂ ਸੀ ਵੀ ਚਲਦੀ ਹੈ ਵੀ।
ਉਹਦੇ ਬਿਜਲੀ ਦੇ ਮਸਲੇ ਸੀ, ਦਹਿਸ਼ਤਗਰਦੀ ਦਾ ਮਸਲਾ ਸੀ, ਮਹਿੰਗਾਈ ਦਾ ਮਸਲਾ ਸੀ, ਸਾਰੇ ਮਸਾਇਲ ਸੀ, ਉਹਨਾਂ ਨੂੰ ਬਿਹਤਰ ਤਰੀਕੇ ਨਾਲ ਹੱਲ ਨਹੀਂ ਸੀ ਕਰਦੇ ਪਏ। ਇਸ ਮੁਲਕ ਵਿੱਚ ਗੌਰਮੈਂਟ ਚੀਜ਼ ਨਜ਼ਰ ਨਹੀਂ ਸੀ ਵੀ ਆਉਂਦੀ ਹੈ ਵੀ। ਸਾਡੇ ਵਾਲਦ ਸਾਹਿਬ ਨੇ ਫੈਸਲਾ ਕੀਤਾ ਕਿ ਅਸੀਂ ਪੀਪਲ ਪਾਰਟੀ ਨੂੰ ਖੈਰਬਾਦ ਕਰ ਦਈਏ। ਉਹਦੇ ਤੋਂ ਬਾਅਦ ਸਾਡੇ ਕੋਲ ਇੱਕ ਸਵਾਲ ਸੀ ਕਿ ਅਸੀਂ ਚਲੀਏ ਕਿੱਧਰ, ਕਿਹੜੀ ਪਾਰਟੀ ਨੂੰ ਜੁਆਇਨ ਕਰੀਏ। ਫਿਰ ਸਾਡਾ ਇੱਥੇ ਲੋਕਲ ਇੱਕ ਧੜਾ ਸੀ, ਸਾਡਾ ਗਰੁੱਪ, ਅਸੀਂ ਉਹਨਾਂ ਸਾਰਿਆਂ ਨਾਲ ਸਲਾਹ ਕੀਤੀ। ਅਸੀਂ ਕਿਹਾ ਯਾਰ ਅਸੀਂ ਚਲੋ ਪੀਪਲ ਪਾਰਟੀ ਨੂੰ ਛੱਡ ਦਿੰਦੇ ਹਾਂ, ਫਿਰ ਜਾਂਦੇ ਕਿੱਧਰ। ਉਹਨਾਂ ਲੋਕਾਂ ਸਾਰਿਆਂ ਮਸ਼ਵਰਾ ਕੀਤਾ। ਉਹਨਾਂ ਮੀਆਂ ਸ਼ਬਾਜ਼ ਸ਼ਰੀਫ ਦਾ ਵਿਜ਼ਨ ਦੇਖਿਆ। ਉਸ ਮੀਆਂ ਸ਼ਬਾਜ਼ ਸ਼ਰੀਫ CMC ਪੰਜਾਬ, ਉਹ ਬੜੇ ਅੱਛੇ ਕੰਮ पे ਕਰਦੇ ਸੀ, ਸਾਰੇ ਮਾਮਲਾਤ ਬੜੇ ਬਿਹਤਰ पे ਜਾਂਦੇ ਸੀ। ਉਹਨਾਂ ਦੇ ਲਾਅ ਐਂਡ ਆਰਡਰ ਦੇ ਮਸਲੇ ਬੜੇ ਬਿਹਤਰੀਨ ਸੀ, ਹੋਰ ਉਹਨਾਂ ਦੇ ਡਿਵੈਲਪਮੈਂਟ ਦੇ ਮਸਲੇ ਬੜੇ ਅੱਛੇ ਸੀ। ਅਸੀਂ ਫੈਸਲਾ ਕੀਤਾ ਕਿ ਅਸੀਂ ਮੁਸਲਿਮ ਲੀਗ ਨੂਨ ਨੂੰ ਜੁਆਇਨ ਕਰ ਲਈਏ। ਉਹਦੇ ਵਿੱਚ ਅਸੀਂ ਮੁਸਲਿਮ ਲੀਗ ਨੂਨ ਨੂੰ ਜੁਆਇਨ ਕੀਤਾ ਤੇ ਉਹ ਸਾਡਾ ਸਫ਼ਰ ਅੱਜ ਵੀ ਜਾਰੀ ਉਹਨਾਂ ਦੇ ਨਾਲ। ਅਸੀਂ ਉਹਨਾਂ ਦੇ ਨਾਲ ਹਰ ਤਰ੍ਹਾਂ ਤੇ ਖਲੋਤੇ ਹਾਂ। ਸ਼ਮੂਲੀਅਤ ਕਿੰਜ ਹੋਈ ਤੁਹਾਡੀ ਮੁਸਲਿਮ ਲੀਗ ਨੂਨ ਦੇ ਵਿੱਚ? ਕਿਹੜਾ ਲੀਡਰ ਹੈ ਜਿਹੜਾ ਉਹ ਬੰਤਾ ਹਾਊਸ ਆਇਆ ਸੀ? ਰਾਏ ਸਾਹਿਬ ਉਸ ਵੇਲੇ CMC ਮੀਆਂ ਸ਼ਬਾਜ਼ ਸ਼ਰੀਫ ਸਾਹਿਬ, ਪਾਰਟੀ ਦੇ ਸੂਬਾਈ ਸਦਰ ਸੀ ਜ਼ੁਲਫਕਾਰ ਅਲੀ ਖਾਂ ਖੋਸਾ ਸਾਹਿਬ, ਸੈਕਟਰੀ ਜਨਰਲ ਸੀ ਰਾਜਾ ਸ਼ਫਾਕ ਸਰਵਰ ਸਾਹਿਬ। ਸਹੀ। ਜਿਵੇਂ ਅਸੀਂ ਸ਼ਮੂਲੀਅਤ ਕੀਤੀ, ਜ਼ੁਲਫਕਾਰ ਖੋਸਾ ਸਾਹਿਬ, ਰਾਜਾ ਸ਼ਫਾਕ ਸਰਵਰ ਸਾਹਿਬ ਇੱਥੇ ਤਸ਼ਰੀਫ ਲਾਏ ਸਾਡੇ ਕੋਲ ਡੇਰੇ ਬਾਂਦੇ ਦੇ। ਇੱਥੇ ਅਸੀਂ ਬੜਾ ਇਕੱਠ ਕੀਤਾ ਸੀ, ਤਕਰੀਬਨ 10,000 ਬੰਦੇ ਦਾ ਉਹ ਇਕੱਠ ਸੀ ਕਿ ਖੋਸਾ ਸਾਹਿਬ ਨੇ ਉਸ ਵੇਲੇ ਫਰਮਾਇਆ ਸੀ, ਜਿਵੇਂ ਚੱਲੇ ਸੀ, ਉਹਨਾਂ ਆਖਿਆ ਕਿ ਮੈਂ ਐਡਾ ਜਿਹੜਾ ਵਸੀ ਦਸਤਰਖਾਨ ਇਹ ਕਿਸੇ ਬੰਦੇ ਦਾ ਪੰਜਾਬ 'ਚ ਨਹੀਂ ਦੇਖਿਆ ਜਿੰਨਾ ਚੌਧਰੀ ਮਹਿੰਦੀ ਖਾਨ ਦਾ ਇਹ ਦਸਤਰਖਾਨ ਹੈ। ਉਹਦੇ 'ਚ ਹਜ਼ਾਰਾਂ ਬੰਦੇ ਸੀ, ਉਹਦੇ ਵਿੱਚ ਬਹੁਤ ਹੀ ਆਵਾਮ ਸੀ। ਉਹਦੇ ਵਿੱਚ ਅਸੀਂ ਜਨਾਬ ਐਲਾਨ ਕੀਤਾ ਔਰ ਆਪਣੇ ਸੰਗ ਧੜੇ ਸਾਰੇ ਨਾਲ ਐਲਾਨ, ਕੱਲਿਆਂ ਨਹੀਂ ਰਾਏ ਸਾਹਿਬ ਕੀਤਾ, ਸਾਰੇ ਸੰਗ ਧੜੇ ਨਾਲ ਉਹਦੇ ਵਿੱਚ ਅਸੀਂ ਐਲਾਨ ਕੀਤਾ। ਤੇ ਉਹ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਵਿੱਚ ਸ਼ਮੂਲੀਅਤ ਤੋਂ ਬਾਅਦ 2013 ਦੇ ਵਿੱਚ ਤੁਹਾਡੀ ਇਲੈਕਸ਼ਨ ਦੇ ਵਿੱਚ ਕਾਰਕਰਦਗੀ ਕੀ ਰਹੀ? ਰਾਏ ਸਾਹਿਬ ਅਸੀਂ ਨਵਾਬਜ਼ਾਦਿਆਂ ਤੋਂ ਪਹਿਲਾਂ ਮੁਸਲਿਮ ਲੀਗ ਚਲੇ ਗਏ ਸੀ। ਨਵਾਬਜ਼ਾਦੇ ਅਸੀਂ ਜੁਲਾਈ 2010 ਵਿੱਚ ਮੁਸਲਿਮ ਲੀਗ ਨੂਨ ਵਿੱਚ ਸ਼ਾਮਲ ਹੋ ਗਏ। ਨਵਾਬਜ਼ਾਦੇ ਉਹਦੇ ਤੋਂ ਬਾਅਦ 2012 ਵਿੱਚ ਨੂਨ ਲੀਗ ਵਿੱਚ ਗਏ ਸੀ। ਸਹੀ। 2013 ਦਾ ਬਾਅਦ ਇਲੈਕਸ਼ਨ ਆਇਆ, ਅਸੀਂ ਵੀ ਸਾਰੇ ਮੁਤਹਰਕ ਸੀ ਇਲੈਕਸ਼ਨ ਦੇ ਵਿੱਚ। ਨਵਾਬਜ਼ਾਦਾ ਮਦਰ ਸਾਹਿਬ ਤਸ਼ਰੀਫ ਆਏ ਸਾਡੇ ਵਾਲਿਦ ਸਾਹਿਬ ਕੋਲੇ। ਉਹਨਾਂ ਕਿਹਾ ਕਿ ਚੋਈ ਸਾਹਿਬ ਮੈਂ ਤੁਹਾਡੀ ਪਾਰਟੀ 'ਚ ਆ ਗਿਆ, ਤੁਸੀਂ ਮੇਰੀ ਪਾਰਟੀ ਵਿੱਚ ਨਹੀਂ ਆਏ ਹੈ ਵੀ। ਹੁਣ ਇੰਝ ਕਰੀਏ ਕਿ ਅਸੀਂ ਬਹਿ ਕੇ ਇੱਕ ਲਾਏ ਅਮਲ ਤਿਆਰ ਕਰੀਏ ਤੇ ਇਕੱਠੇ ਹੋ ਕੇ ਇਲੈਕਸ਼ਨ ਲੜੀਏ। ਵਾਲਿਦ ਸਾਹਿਬ ਨੇ ਆਖਿਆ ਮਦਰ ਸਾਹਿਬ ਤੁਸੀਂ ਸਾਨੂੰ ਕੋਈ ਟਾਈਮ ਦਿਓ, ਅਸੀਂ ਆਪਣੇ ਸੰਗ ਧੜੇ ਨਾਲ ਸਲਾਹ ਮਸ਼ਵਰਾ ਕਰਕੇ ਫਿਰ ਤੁਹਾਨੂੰ ਅਸੀਂ ਜਵਾਬ ਦੇ ਦਿਆਂਗੇ। ਮਦਰ ਸਾਹਿਬ ਨੇ ਆਖਿਆ ਠੀਕ ਹੈ ਜੀ। ਉਹਨਾਂ ਕੁਝ ਦਿਨਾਂ ਤੋਂ ਬਾਅਦ ਮਦਰ ਸਾਹਿਬ ਫਿਰ ਤਸ਼ਰੀਫ ਲਿਆਏ। ਸਾਡੇ ਵਾਲਿਦ ਸਾਹਿਬ ਨੇ ਆਖਿਆ ਅਸੀਂ ਤੁਹਾਡੇ ਨਾਲ ਇਲੈਕਸ਼ਨ ਲੜਨ ਦੇ ਪੂਰੇ ਜ਼ੋਰ ਸ਼ੋਰ ਨਾਲ, ਕਿਉਂਕਿ ਤੁਸੀਂ ਸਾਡੀ ਪਾਰਟੀ 'ਚ ਆਏ ਹੋ, ਅਸੀਂ ਇਨਸ਼ਾਅੱਲਾ ਇਲੈਕਸ਼ਨ ਲੜਾਂਗੇ। ਅਸੀਂ ਫਿਰ ਪੂਰੀ ਜਦੋਜਹਿਦ ਕਰਕੇ, ਮੈਂ ਵਾਲਿਦ ਸਾਹਿਬ ਤੇ ਮੇਰੇ ਬਿਮਾਰ ਸੀ, ਮੈਂ ਮਦਰ ਸਾਹਿਬ ਨਾਲ ਪੂਰਾ ਇਲੈਕਸ਼ਨ ਲੜਿਆ। ਬੜੀ ਮਤਲਬ ਸਹੀ ਜ਼ੋਰ ਸ਼ੋਰ ਦੇ ਨਾਲ ਇਲੈਕਸ਼ਨ ਲੜਿਆ। ਜੀ ਜੀ। ਉਹਦੇ ਮਦਰ ਸਾਹਿਬ ਜੁੱਤੇ ਤੇ ਉਹ ਅਸੀਂ ਸਫ਼ਰ ਆਪਣਾ ਜਿਹੜਾ ਉਹ ਜਾਰੀ ਰੱਖਿਆ। ਚੋਈ ਸਾਹਿਬ ਬਲਦੀਆਤੀ ਇਲੈਕਸ਼ਨ ਦੇ ਬਾਰੇ ਚ ਤੁਹਾਡੀ ਕੀ ਤਿਆਰੀ ਹੈ, ਕੀ ਐਕਸਪੈਕਟੇਸ਼ਨਸ ਨੇ? ਜਿਹੜੇ ਬਲਦੀਆਤੀ ਇਦਾਰੇ ਹੁੰਦੇ ਨੇ ਨਾ, ਉਹ ਕਿਸੇ ਵੀ ਮੁਆਸ਼ਰੇ ਦੀ ਰੀੜ ਦੀ ਹੱਡੀ ਹੁੰਦੇ ਨੇ ਜੀ, ਕਿਉਂਕਿ ਉਹ ਥਰਡੇ ਲੈਵਲ ਤੇ ਡਿਲੀਵਰ ਕਰਦੇ ਨੇ ਰਾਏ ਸਾਹਿਬ। ਉਹ ਛੋਟੇ ਛੋਟੇ ਮਸਲੇ ਲੋਕਾਂ ਦੇ ਹੱਲ ਹੁੰਦੇ ਨੇ ਉਹਦੇ ਨਾਲ, ਕਿਉਂਕਿ ਲੋਕ ਨੇ ਜਿਹੜੇ ਲੋਕਾਂ ਦੀ ਨਿਚਲੀ ਸਤ੍ਹਾ ਦੇ ਬੜੇ ਮਸਾਇਲ ਹੁੰਦੇ ਨੇ,
ਉਹਨਾਂ ਦੇ ਜਨ ਮਸਲੇ ਹੁੰਦੇ ਨੇ, ਉਹਨਾਂ ਦੀ ਯੂਨੀਅਨ ਕੌਂਸਲਾਂ ਦੇ ਮਸਾਇਲ, ਉਹਨਾਂ ਦੇ ਡਿਵੈਲਪਮੈਂਟ ਦੇ ਮਸਾਇਲ, ਉਹਨਾਂ ਦੇ ਹੋਰ ਛੋਟੇ ਛੋਟੇ ਮਸਲੇ, ਇਹ ਬਲਦਿਆਤੀ ਦਾਰੇ ਹੀ ਹੱਲ ਕਰ ਸਕਦੇ ਨੇ। ਹੋਰ ਰਾਜਾ ਸਾਹਿਬ ਕੋਈ ਗੌਰਮੈਂਟ ਕੋ ਤਰੀਕਾ ਹੀ ਕੋਈ ਨਹੀਂ ਹੈ ਵੀ ਕਿ ਉਹ ਹੱਲ ਕਰ ਲੇ। ਤੁਸੀਂ ਪਿਛਲੀਆਂ ਦੌਰਾਂ 'ਚ ਦੇਖ ਲਓ, ਅਸੀਂ ਬਲਦਿਆਤੀ ਨੁਮਾਇੰਦੇ ਨੇ ਆ, ਅਸੀਂ ਉਹਨਾਂ ਨਾਲ ਉਹ ਲੋਕਾਂ ਦੇ ਜੈਨੂਅਨ ਮਸਲੇ ਹੱਲ ਕੀਤੇ ਨੇ, ਲੋਕਾਂ ਦੀ ਡਿਵੈਲਪਮੈਂਟ ਕੀਤੀ ਹੈ, ਲੋਕਾਂ ਦੇ ਯੂਨੀਅਨ ਕੌਂਸਲਾਂ ਦੇ ਮਸਾਇਲ ਸੀ, ਲੋਕਾਂ ਦੀ ਹੈਲਥ ਦੇ ਮਸਲੇ ਸੀ, ਅਸੀਂ ਉਹਨਾਂ ਦੇ ਸਾਰੇ ਮਸਲੇ ਹੱਲ ਕੀਤੇ ਨੇ। ਔਰ ਉਸ ਵਕਤ ਲੋਕ ਸਮਝਦੇ ਨੇ ਕਿ ਜਿਹੜਾ ਉਹ ਦੌਰ ਸੀ ਬਲਦਿਆਤੀ ਨੁਮਾਇੰਦਿਆਂ ਦਾ ਦੌਰ, ਅੱਜ ਦੇ ਦੌਰ ਤੋਂ ਕਾਫੀ ਬਿਹਤਰ ਹੈ। ਅੱਜ ਲੋਕਾਂ ਨੂੰ ਬਲਦਿਆਤੀ ਦਾਇਰੇ ਐਕਟਿਵ ਨਹੀਂ ਹੈ ਵੀ, ਲੋਕਾਂ ਦੇ ਕਾਫੀ ਮਸਾਇਲ ਨੇ ਇੱਥੇ, ਉਹ ਹੱਲ ਨਹੀਂ ਹੋ ਰਿਹਾ ਵੀ। ਮੈਂ ਸਮਝਣਾ ਕਿ ਬਲਦਿਆਤੀ ਦਾਰਿਆਂ ਨਾਲ ਹੀ ਲੋਕਾਂ ਦੇ ਜੈਨੂਅਨ ਮਸਲੇ ਹੱਲ ਹੁੰਦੇ ਨੇ ਔਰ ਬਿਹਤਰ ਕਾਰਕਰਦਗੀ ਤੁਸੀਂ ਪੇਸ਼ ਕਰ ਸਕਦੇ ਹੋ। ਤੁਹਾਨੂੰ ਕੀ ਉਮੀਦ ਹੈ, ਤੁਸੀਂ ਤਹਿਸੀਲ ਨਾਜ਼ਮ ਜਾਂ ਜ਼ਿਲ੍ਹਾ ਨਾਜ਼ਮ ਜਾਂ ਯੂਨੀਅਨ ਕੌਂਸਲ ਚੇਅਰਮੈਨ ਕਿਹੜੀ ਸੀਟ ਤੋਂ ਇਲੈਕਸ਼ਨ ਲੜੋਗੇ? ਰਾਜ ਸਾਹਿਬ, ਮੈਂ ਤੇ ਅੱਗੇ ਵੀ ਇੱਕ ਵਾਰੀ ਚੇਅਰਮੈਨ ਮੁੰਤਖਬ ਹੋ ਚੁੱਕੇ ਹਾਂ ਜੀ। ਮੈਂ ਆਪਣਾ ਭਰਪੂਰ ਇਲੈਕਸ਼ਨ ਵੀ ਲੜਿਆ ਸੀ। ਅੱਗੋਂ ਵੀ ਪਾਰਟੀ ਨੇ ਜਿਸ ਤਰ੍ਹਾਂ ਮੈਨੂੰ ਕਿਹਾ, ਜਿਸ ਤਰ੍ਹਾਂ ਉਹਨਾਂ ਮੇਰੀ ਡਿਊਟੀ ਲਾਈ, ਮੈਂ ਮੁਸਲਿਮ ਲੀਗ ਨੂਨ ਦਾ ਵਰਕਰ ਹਾਂ, ਮੈਂ ਉਹਨਾਂ ਨਾਲ ਖੜਾ ਵਾਂ। ਮੈਨੂੰ ਜਿਸ ਤਰ੍ਹਾਂ ਵੀ ਉਹਨਾਂ ਕਿਹਾ, ਮੈਂ ਇਨਸ਼ਾਅੱਲਾ ਉਹਨਾਂ ਦੀ ਗੱਲ ਤੇ ਖਲੋਵਾਂਗਾ। ਉਹਨਾਂ ਜਿਹੜੀ ਸੀਟ ਤੇ ਵੀ ਮੈਨੂੰ ਖੜਾ ਕੀਤਾ, ਮੈਂ ਉਹ ਇਲੈਕਸ਼ਨ ਲੜਾਂਗਾ, ਭਰਪੂਰ ਇਲੈਕਸ਼ਨ ਲੜਾਂਗਾ ਔਰ ਉਹਨਾਂ ਨੂੰ ਇਲੈਕਸ਼ਨ ਲੜ ਕੇ ਅੱਲਾ ਦੇ ਹੁਕਮ ਨਾਲ ਦੱਸਾਂਗੇ ਜਿਹੜਾ ਵੀ ਉਹਨਾਂ ਸਾਡੀ ਡਿਊਟੀ ਲਾਈ ਨਾ। ਸਾਬਕਾ ਦੌਰ ਦੇ ਵਿੱਚ ਤੁਸੀਂ ਧੁਮਾ ਮਲਕਾ ਯੂਨੀਅਨ ਕੌਂਸਲ ਦੇ ਚੇਅਰਮੈਨ ਰਹਿ ਚੁੱਕੇ ਹੋ। ਚੇਅਰਮੈਨ ਬਣ ਕੇ ਚੌਧਰੀ ਸਾਹਿਬ ਤੁਸੀਂ ਕੀ ਆਪਣੀ ਯੂਨੀਅਨ ਕੌਂਸਲ ਵਾਸਤੇ ਕਿਹੜੇ ਕੰਮ ਕਰਾਏ, ਕੀ ਕਾਰਕਰਦਗੀ ਹੈ ਤੁਹਾਡੀ? ਰਾਜ ਸਾਹਿਬ, ਸਾਡੀ ਯੂਨੀਅਨ ਕੌਂਸਲ ਸੀ ਨਾ ਜਿਹੜੀ, ਉਹ ਨਵੀਂ ਯੂਨੀਅਨ ਕੌਂਸਲ ਬਣੀ ਸੀ, ਛੋਟੇ ਪਿੰਡ ਸੀ ਦੂਸਰੀਆਂ ਯੂਨੀਅਨ ਕੌਂਸਲਾਂ ਦੇ। ਇਹ ਤਕਰੀਬਨ 5 ਯੂਨੀਅਨ ਕੌਂਸਲ ਵਿੱਚੋਂ ਇੱਕ ਯੂਨੀਅਨ ਕੌਂਸਲ ਬਣੀ ਸੀ। ਉਹਨਾਂ ਕਾਫੀ ਮਸਾਇਲ ਸੀ। ਤੁਸੀਂ ਕਹੋ ਕਿ ਵੱਡਿਆਂ ਪਿੰਡਾਂ ਨੇ ਕਦੇ ਛੋਟਿਆਂ ਪਿੰਡਾਂ ਵਿੱਚੋਂ ਡਿਵੈਲਪਮੈਂਟ ਨਹੀਂ ਸੀ ਹੋਣ ਦਿੱਤੀ, ਕਿਉਂਕਿ ਚੇਅਰਮੈਨ ਹਮੇਸ਼ਾ ਹੀ ਵੱਡਿਆਂ ਪਿੰਡਾਂ ਦੇ, ਤੁਹਾਨੂੰ ਪਤਾ ਹੈ, ਇਹ ਆਉਂਦੇ ਜੀ। ਮੈਂ ਜਨਾਬ, ਇਹ ਬੈਕਵਰਡ ਯੂਨੀਅਨ ਕੌਂਸਲ ਇਹਨੂੰ ਸਮਝ ਲਓ ਤੁਸੀਂ। ਮੈਂ ਇਸ ਯੂਨੀਅਨ ਕੌਂਸਲ ਵਿੱਚ ਸੜਕਾਂ ਦੇ ਜਾਲ ਵਿਛਾਏ, ਸਕੂਲ ਅਪਗ੍ਰੇਡ ਕਰਾਏ, ਲੋਕਾਂ ਦੇ ਨਾਲਿਆਂ ਦੇ, ਇੱਥੇ ਨਿਕਾਸੀ ਆਬ ਦਾ ਬੜਾ ਕਿਸੇ ਕੰਮ, ਉਹ ਮੈਂ ਨਿਕਾਸੀ ਆਬ ਦੇ ਕੰਮ ਕਰਾਏ। ਹੋਰ ਕਾਫੀ ਜਨਾਬ ਇੱਥੇ ਕੰਮ ਕਰਾਏ। ਉਹਨਾਂ ਵਿੱਚ ਲੋਕਾਂ ਨੇ ਮੈਨੂੰ ਮੈਂ ਤਕਰੀਬਨ 20 ਕਰੋੜ ਦਾ ਕੰਮ ਯੂਨੀਅਨ ਕੌਂਸਲ 'ਚ ਕਰਾਇਆ। ਉਹਦੇ 'ਚ ਜ਼ਿਲ੍ਹੀ ਚੇਅਰਮੈਨ ਚੋਂ ਤਨਵੀਰ ਸਾਹਿਬ ਨੇ ਮੇਰਾ ਬੜਾ ਸਾਥ ਦਿੱਤਾ, ਮੇਜਰ ਮਈ ਸਾਹਿਬ MP ਸੀ, ਉਹਨਾਂ ਮੇਰਾ ਬੜਾ ਸਾਥ ਦਿੱਤਾ, ਨਵਾਬਜ਼ਾਦਾ ਮਦਰ ਅਲੀ ਖਾਨ ਸਾਹਿਬ ਸੀ MNA, ਉਹਨਾਂ ਮੇਰਾ ਬੜਾ ਸਾਥ ਦਿੱਤਾ। ਮੈਂ ਉਹਦੇ ਜਨਾਬ ਕਾਫੀ ਜਿਹੜੀ ਹੈ ਉਹ ਡਿਵੈਲਪਮੈਂਟ ਕਰਾਈ। ਮੈਂ ਲੋਕਾਂ ਦੇ ਮਸਾਇਲ ਨੇ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਇਨਸ਼ਾਅੱਲਾ ਹੁਣ ਸਾਡੀ ਯੂਨੀਅਨ ਕੌਂਸਲ ਵਿੱਚ ਜਿਹੜੇ ਕਾਫੀ ਮਸਲੇ ਨੇ ਉਹ ਜਿਹੜੇ ਮੈਂ ਹੱਲ ਕੀਤੇ ਔਰ ਬਹੁਤ ਕਮ ਮਸਾਇਲ ਰਹਿ ਗਏ ਨੇ ਜਿਹੜੇ ਹੱਲ ਕਰਨ ਵਾਲੇ ਨੇ। ਤੇ ਮੈਂ ਇਸ ਗੌਰਮੈਂਟ ਅੱਗੇ ਵੀ ਤਵੱਕੋ ਕਰਨਾ ਕਿ ਇਹ ਕੋਈ ਮਸਲੇ ਜਿਹੜੇ ਰਹਿ ਗਏ ਨੇ ਉਹ ਹੱਲ ਕਰਨ। ਚੌਧਰੀ ਸਾਹਿਬ, ਮੁਸਲਿਮ ਲੀਗ ਨੂਨ ਦੀ ਲੀਡਰਸ਼ਿਪ ਨੇ ਤੁਹਾਡੇ ਸਿਰ ਤੇ ਜ਼ਿਲ੍ਹੇ ਦੀ ਪਾਕਿਸਤਾਨ ਮੁਸਲਿਮ ਲੀਗ ਨੂਨ ਦੀ ਵਾਈਸ ਚੇਅਰਮੈਨੀ ਦੀ ਪੱਗ ਰੱਖੀ ਹੈ, ਇਹ ਕਿਸ ਤਰ੍ਹਾਂ ਮੁਮਕਿਨ ਹੋਇਆ? ਕਿਉਂਕਿ ਉੱਥੇ ਤੇ ਬੜਾ ਟਫ ਕੰਪੀਟੀਸ਼ਨ ਹੈ ਔਰ ਐਡਾ ਵੱਡਾ ਵਾਈਸ ਚੇਅਰਮੈਨ ਪੂਰੇ ਜ਼ਿਲ੍ਹੇ ਦਾ ਬਣ ਜਾਣਾ ਕਿਸ ਤਰ੍ਹਾਂ ਮੁਮਕਿਨ ਹੋਇਆ? ਰਾਜ ਸਾਹਿਬ, ਮੈਂ ਤੁਹਾਨੂੰ ਦੱਸਿਆ ਕਿ ਅਸੀਂ 2010 ਵਿੱਚ ਇਹ ਪਾਰਟੀ ਜੁਆਇਨ ਕੀਤੀ ਸੀ। ਜੀ ਜੀ। ਮੈਂ ਉਸ ਵਕਤ ਤੋਂ ਲੈ ਕੇ ਅੱਜ ਤੱਕ ਇਸ ਪਾਰਟੀ 'ਚ ਬੜਾ ਮੁਤਹਰਕ ਰਿਹਾ। ਸਹੀ। ਮੈਂ ਹਰ ਲੈਵਲ ਤੇ ਮੁਤਹਰਕ ਰਿਹਾ, ਚਾਹੇ ਕੋਈ ਇਕੱਠ ਉਹਦੇ 'ਚ ਮੈਂ ਮੁਤਹਰਕ ਰਿਹਾ, ਬਲਕਿ ਮੈਂ ਆਖਾਂ ਤਾਂ ਮੈਂ ਬੜੀ ਮਿਹਨਤ ਕੀਤੀ ਹੈ, ਆਪ ਨੂੰ ਵੀ ਬੜੇ ਇਕੱਠ ਕਰਾਏ ਨੇ, ਆਪਣੀ ਪਾਰਟੀ ਨੂੰ ਮੁਤਹਰਕ ਕੀਤਾ ਹੈ, ਸਾਰੇ ਕੰਮ ਕੀਤੇ ਨੇ। ਜਿਵੇਂ ਹੁਣ ਤਨਜ਼ੀਮ ਸਾਜ਼ੀ ਵੀ ਹੁੰਦੀ ਸੀ, ਮੈਂ ਉਸ ਵੇ ਅਮਰੀਕਾ ਸੀ,
ਇੱਕ ਦਿਨ ਰਾਤ ਨੂੰ ਚੋਈ ਆਬਦ ਰਜ਼ਾ ਸਾਹਿਬ ਨੇ ਮੈਨੂੰ ਤਕਰੀਬਨ ਉੱਥੇ ਅਮਰੀਕਾ 'ਚ 12 ਦਾ ਟਾਈਮ ਸੀ, ਉਹਨਾਂ ਫੋਨ ਕੀਤਾ। ਉਹਨਾਂ ਆਖਿਆ ਆਮਰ ਸਾਹਿਬ ਅਸੀਂ ਤਨਜ਼ੀਮ ਸਾਜ਼ੀ ਕਰਨੇ ਆ ਪਏ, ਸਾਡੀ ਕੱਲ ਮੀਟਿੰਗ ਸੀ, ਉਹਦੇ ਵਿੱਚ ਅਸੀਂ ਫੈਸਲਾ ਕੀਤਾ ਤੁਹਾਨੂੰ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਸੀਨੀਅਰ ਨਾਇਬ ਸਦਰ ਜ਼ਿਲ੍ਹਾ ਗੁਜਰਾਤ ਬਣਾਈਏ। ਇਹ ਜ਼ਿਲ੍ਹੇ 'ਚ ਇੱਕੋ ਯੁੱਧ ਹੈ, ਅਸੀਂ ਤੁਹਾਨੂੰ ਚਾਹੁੰਦੇ ਹਾਂ ਕਿ ਜ਼ਿਲ੍ਹੀ ਨਾਇਬ ਸਦਰ ਬਣਾਈਏ। ਮੈਂ ਉਹਨਾਂ ਨੂੰ ਕਿਹਾ ਆਬਦ ਸਾਹਿਬ ਮੇਰਾ ਤੁਹਾਡਾ ਤਲਕ ਜਿਹੜਾ ਭਰਾਵਾਂ ਵਾਲਾ ਹੈ, ਤੁਸੀਂ ਇਸ ਵੇ ਡਿਵੀਜ਼ਨਲ ਸਦਰ ਹੋ, ਤੁਸੀਂ ਕਿਸੇ ਹੋਰ ਨੂੰ ਓਬਲਾਈਜ਼ ਕਰ ਲਓ, ਕਿਸੇ ਹੋਰ ਨੂੰ ਇਹ ਅਹੁਦਾ ਦੇ ਲਓ। ਉਹਨਾਂ ਦਾ ਮੈਨੂੰ ਇੱਕ ਲਫ਼ਜ਼ ਬੜਾ ਯਾਦ ਹੈ, ਮੈਂ ਉਹਨਾਂ ਦੇ ਮੈਰਿਟ ਦੇ ਦਾ ਦਾਈ ਹਾਂ। ਉਹਨਾਂ ਕਿਹਾ ਯਾਰ ਅਸੀਂ ਤੈਨੂੰ ਓਬਲਾਈਜ਼ ਨਹੀਂ ਕਰ ਰਹੇ ਹੈ ਵੀ, ਅਸੀਂ ਮੈਰਿਟ ਤੇ ਇਹ ਤੇਰਾ ਮੈਰਿਟ ਬਣਦਾ ਹੈ ਕਿ ਤੂੰ ਜ਼ਿਲ੍ਹੀ ਨਾਇਬ ਸਦਰ ਹੋਵੇਂ, ਅਸੀਂ ਤੈਨੂੰ ਇਹ ਜਿਹੜਾ ਇਹ ਤੇਰੇ ਮੈਰਿਟ ਤੇ ਇਹ ਜਿਹੜਾ ਅਹੁਦਾ ਦੇ ਰਹੇ ਹਾਂ। ਮੈਂ ਜਨਾਬ ਉਹ ਮੈਂ ਕਿਹਾ ਠੀਕ ਹੈ ਜਨਾਬ, ਜਿਸ ਤਰ੍ਹਾਂ ਤੁਸੀਂ ਆਂਦੇ ਹੋ। ਮੈਂ ਜਨਾਬ ਇਹ ਕਬੂਲ ਕਰ ਲਿਆ ਤੇ ਇੰਜ ਜਨਾਬ ਮੈਨੂੰ ਆਪਣਾ ਇਹ ਜ਼ਿਲ੍ਹੀ ਨਾਇਬ ਸਦਰ ਦਾ ਅਹੁਦਾ ਜਨਾਬ ਮਿਲਿਆ। ਸਹੀ। ਚੋਈ ਸਾਹਿਬ ਇਹ ਦੱਸੋ ਕਿ ਲੋਕੀ ਨੇ ਜਿਹੜੇ ਉਹ ਜ਼ੀਵੀ ਭਾਂਡੇ ਵੇਚ ਕੇ ਤੇ ਅਮਰੀਕਾ ਜਾਂਦੇ ਨੇ, ਉੱਥੇ ਜਾ ਕੇ ਕਾਰੋਬਾਰ ਕਰਦੇ ਨੇ, ਤੁਸੀਂ ਅਮਰੀਕਾ ਨੂੰ ਛੱਡ ਕੇ ਉੱਥੇ ਕਾਰੋਬਾਰ ਛੱਡ ਕੇ ਜ਼ਿਲ੍ਹੇ ਗੁਜਰਾਤ ਚ ਆ ਕੇ ਆਵਾਮ ਦੀ ਖਿਦਮਤ ਕਰ ਰਹੇ ਹੋ, ਕੀ ਵਜ੍ਹਾ? ਰਾਏ ਸਾਹਿਬ ਇਹ ਮੇਰੇ ਖੂਨ ਵੀ ਸ਼ਾਮਲ ਹੈ। ਮੈਂ ਅੱਜ ਤੁਹਾਨੂੰ ਦੱਸਾਂ, ਮੈਂ ਪਦੈਸ਼ੀ ਤੌਰ ਤੇ ਚਾਹੇ ਉਹਨੂੰ ਸਮਾਜੀ ਕਾਰਕੁਨ ਕਹਿ ਲਓ, ਚਾਹੇ ਉਹਨੂੰ ਤੁਸੀਂ ਸਿਆਸਤਦਾਨ ਕਹਿ ਲਓ, ਚਾਹੇ ਉਹਨੂੰ ਤੁਸੀਂ ਡੇਰੇਦਾਰ ਕਹਿ ਲਓ, ਇਹ ਮੇਰੇ ਖੂਨ ਵਿੱਚ ਚੀਜ਼ ਹੈ। ਇਹਦੇ ਤੋਂ ਬਗੈਰ ਮੈਂ ਜ਼ਿੰਦਾ ਨਹੀਂ ਰਹਿ ਸਕਦਾ। ਲੋਕਾਂ ਨੂੰ ਪੈਸਿਆਂ ਦਾ ਨਸ਼ਾ ਹੁੰਦਾ ਹੈ, ਲੋਕਾਂ ਨੂੰ ਬਾਹਰ ਜਾਣ ਦਾ ਨਸ਼ਾ ਹੁੰਦਾ ਹੈ, ਲੋਕਾਂ ਨੂੰ ਜ਼ਮੀਨਾਂ ਖਰੀਦਣ ਦਾ ਨਸ਼ਾ ਹੁੰਦਾ ਹੈ। ਮੈਨੂੰ ਜਿਹੜਾ ਉਹ ਦੁਨੀਆਦਾਰੀ, ਸਿਆਸਤ, ਲੋਕਾਂ ਦੀ ਖਿਦਮਤ, ਤਾਬੇਦਾਰੀ, ਉਹਦਾ ਨਸ਼ਾ ਹੈ। ਉਹ ਮੈਂ ਅੱਲਾ ਦੇ ਫਜ਼ਲ ਨਾਲ ਮੈਂ ਜਿੰਨੀ ਦੇਰ ਮੇਰੇ ਹਾਲਾਤ ਨੇ ਮੈਨੂੰ ਇਜਾਜ਼ਤ ਦਿੱਤੀ, ਜਿੰਨੀ ਦੇਰ ਮੇਰੀ ਸਿਹਤ ਸਹੀ ਰਹੀ, ਮੈਂ ਇਸ ਮੁਲਕ ਵਿੱਚ ਹੀ ਹਾਂ। ਮੈਂ ਇਸ ਮੁਲਕ ਲੋਕਾਂ ਦੀ ਤਾਬੇਦਾਰੀ ਕਰਾਂ ਦਾ ਔਰ ਆਪਣੇ ਲੋਕਾਂ ਦੇ ਵਿੱਚ ਹੀ ਰਵਾਂਗਾ। ਕਿਉਂਕਿ ਤੁਸੀਂ ਮੈਂ ਛੱਡ ਕੇ ਜਾ ਨਹੀਂ ਸਕਦਾ। ਕਿਉਂਕਿ ਤੁਸੀਂ ਯੂਨੀਅਨ ਕੌਂਸਲ ਧੁਮਾ ਮਲਕਾ ਦਾ ਦੇ ਚੇਅਰਮੈਨ ਰਹੇ ਹੋ। ਧੁਮਾ ਬੜਾ ਸੋਹਣਾ ਨਾਂ ਹੈ। ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਜਿਹੜੇ ਉਹਨਾਂ ਨੇ ਇੰਨੇ ਜ਼ਿਆਦਾ ਕੰਮ ਕਰਾਏ ਨੇ ਪਾਕਿਸਤਾਨ ਵਾਸਤੇ, ਬਜਾਏ ਇਸ ਦੇ ਕਿ ਉਹਨਾਂ ਦੇ ਕੰਮਾਂ ਦੀਆਂ ਧੁੰਮਾਂ ਪੈਂਦੀਆਂ, ਉਹਨਾਂ ਦੀ ਕਰਪਸ਼ਨ ਦੀਆਂ ਧੁੰਮਾਂ ਕਿਉਂ ਪਈਆਂ? ਰਾਜ ਸਾਹਿਬ ਮੇਰੀ ਜ਼ਿੰਦਗੀ ਦੇ ਤਕਰੀਬਨ 30 ਸਾਲ ਮੈਂ ਸਾਰੇ ਇਸ ਮੁਲਕ ਦੇ ਹਾਲਾਤ ਦੇਖੇ ਨੇ, ਸਾਰੀਆਂ ਗੌਰਮੈਂਟਾਂ ਦੇਖੀਆਂ ਨੇ। ਜਿੰਨਾ ਡਿਲੀਵਰ ਮੁਸਲਿਮ ਲੀਗ ਨੂਨ ਦੀ ਗੌਰਮੈਂਟ ਨੇ ਕੀਤਾ, ਮੇਰੇ ਖਿਆਲ ਕਿਸੇ ਗੌਰਮੈਂਟ ਨੇ ਕੀਤਾ। ਤੁਸੀਂ ਦੇਖ ਲਓ, ਜਿਵੇਂ ਉਹ ਆਏ ਸੀ ਨਾ ਇੱਥੇ ਬਿਜਲੀ ਸੀ, ਮਹਿੰਗਾਈ ਦਾ ਤਾਂ ਸ਼ੋਰ ਸੀ, ਦਹਿਸ਼ਤਗਰਦੀ ਇੱਥੇ ਇੰਨੀ ਸੀ ਕਿ ਤੁਸੀਂ ਆਪਣੀ ਬਾਹਰ ਨਿਕਲ ਨਹੀਂ ਸਕਦੇ ਸੀ। ਲਾਅ ਐਂਡ ਆਰਡਰ ਦੇ ਇਹ ਮਸਲੇ ਸੀ ਕਿ ਤੁਸੀਂ ਸ਼ਾਮ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ। ਹੋਰ ਇੱਥੇ ਹਜ਼ਾਰਾਂ ਮਸਾਇਲ ਸੀ। ਮੁਸਲਿਮ ਲੀਗ ਨੂਨ ਦੀ ਗੌਰਮੈਂਟ ਆਈ, ਉਹਨਾਂ ਮਹਿੰਗਾਈ ਤੇ ਕੰਟਰੋਲ ਕੀਤਾ, ਉਹਨਾਂ ਦਹਿਸ਼ਤਗਰਦੀ ਤੇ ਕੰਟਰੋਲ ਕੀਤਾ। ਬਿਜਲੀ ਜਿੱਥੇ 20-20 ਘੰਟੇ ਬੰਦ ਹੁੰਦੀ ਸੀ, ਉਹਨਾਂ ਬਿਜਲੀ ਦੀ ਲੋਡ ਸ਼ੈਡਿੰਗ ਖਤਮ ਕੀਤੀ, ਬਲਕਿ ਵਾਫਰ ਬਿਜਲੀ ਪੈਦਾ ਕੀਤੀ, ਬਿਜਲੀ ਦੇ ਕਾਰਖਾਨੇ ਲਾਏ, ਡੈਮ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਕਰਪਸ਼ਨ ਹੈ ਨਾ, ਕਰਪਸ਼ਨ ਇੱਥੇ ਸਿਆਸਤਦਾਨਾਂ ਵਾਸਤੇ ਗਾਲੀ ਬਣ ਗਈ ਹੈ। ਇੱਥੇ ਜਿੰਨੇ ਸਿਆਸਤਦਾਨ ਪਿੱਛੇ ਆਏ ਨੇ ਉਹਨਾਂ ਨੂੰ ਕਰਪਟ ਕਿਹਾ ਜਾਂਦਾ ਹੈ, ਜਿਹੜੇ ਆਉਣ ਵਾਲੇ ਨੇ ਉਹ ਪਿਛਲਿਆਂ ਨੂੰ ਕਰਪਟ ਕਹਿੰਦੇ ਨੇ। ਇਹ ਸਾਡੇ ਵਾਸਤੇ ਲਮਾ ਫਿਕਰੀ ਹੈ ਕਿ ਅਸੀਂ ਇਹ ਸੋਚੀਏ ਕਿ ਅਸੀਂ ਸਿਆਸਤਦਾਨਾਂ ਨੇ ਇੱਕ ਦੂਜੇ ਦੀ ਇੱਜ਼ਤ ਕਿੰਝ ਕਰਨੀ ਹੈ, ਅਸੀਂ ਇੱਕ ਦੂਜੇ ਦਾ ਸਿਆਸਤਦਾਨਾਂ ਨੇ ਵੀ ਆਪਣੀ ਸਰਵਾਈਵਲ ਕਿੰਝ ਕਰਨੀ ਹੈ। ਇਹ ਕੋਈ ਸਿਆਸਤਦਾਨ ਐਡੇ ਕਰਪਟ ਨਹੀਂ ਹੁੰਦੇ ਜਿੰਨੇ ਲੋਕ ਬਣਾ ਲੈਂਦੇ ਨੇ, ਜਿੰਨੇ ਇੱਕ ਦੂਜੇ ਨੂੰ ਅਸੀਂ ਆਪੂ ਹੀ ਬਣਾ ਲੈਂਦੇ ਹਾਂ। ਜਿਹੜਾ ਮੀਆਂ ਸਾਹਿਬ ਦੀ ਤੁਹਾਡੀ ਮੈਂ ਤੁਹਾਨੂੰ ਦੱਸਣਾ
ਕਿ 1937 ਚ ਵੀ ਉਹਨਾਂ ਦੇ ਕਾਰਖਾਨੇ ਸੀ, ਇਤਫਾਕ ਫਾਊਂਡਰੀ ਸੀ, ਉਹਨਾਂ ਨੇ ਉਹ ਉਦੋਂ ਦੇ ਕਾਰੋਬਾਰੀ ਨੇ। ਅੱਜ ਜਿਹੜੇ ਕੱਲ ਦੇ ਉੱਠ ਕੇ ਤੇ ਬੜੇ ਕਾਰੋਬਾਰੀ ਬਣ ਗਏ ਨੇ, ਉਹਨਾਂ ਦੇ ਤੇ ਉਹਨਾਂ ਦਾ 1937 ਚ ਵੀ ਕਾਰਖਾਨੇ ਸੀ। ਉਹਨਾਂ ਨੂੰ ਕਰਪਸ਼ਨ ਕਰਨ ਦੀ ਲੋੜ ਹੀ ਨਹੀਂ ਹੈ ਵੀ ਰਾਏ ਸਾਹਿਬ। ਉਹਨਾਂ ਨਾ ਕਰਪਸ਼ਨ ਕੀਤੀ ਹੈ, ਨਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਉਹਨਾਂ ਨੇ ਕੋਈ ਇੰਜ ਦੇ ਮਾਮਲਾਤ ਉਹਨਾਂ ਦੇ ਰਹੇ ਨੇ। ਇਹ ਸਾਰੀ ਬਲੇਮ ਗੇਮ ਹੈ, ਇਹ ਸਾਰੇ ਪਾਰਟੀਆਂ ਦੇ ਆਉਣ ਦੇ ਤਰੀਕੇ ਨੇ, ਇਹ ਸਾਰੇ ਜਿਹੜੇ ਨੇ ਐਸਟੈਬਲਿਸ਼ਮੈਂਟ ਦੇ ਸਾਰੇ ਜਿਹੜੇ ਨੇ ਉਹ ਬਲੇਮ ਨੇ ਜਨਾਬ। ਜ਼ਿਲ੍ਹੇ ਗੁਜਰਾਤ ਦੇ ਵਿੱਚ ਮੌਜੂਦਾ ਹਕੂਮਤੀ ਪਾਰਟੀ ਹੈ ਜਿਹੜੀ, ਉਹਨਾਂ ਦੀ ਕਾਰਕਰਦਗੀ ਤੋਂ ਤੁਸੀਂ ਮੁਤਮਿਨ ਹੋ? ਸੜਕਾਂ ਦੇ ਜਾਲ ਜਾਂ ਹਸਪੀਟਲਾਂ ਦਾ ਕੰਮ ਜਾਂ ਸਕੂਲਾਂ ਦੀ ਅਪਗ੍ਰੇਡੇਸ਼ਨ, ਇਹ ਸਾਰੇ ਕੰਮ ਹੋ ਰਹੇ ਨੇ? ਕਿਉਂਕਿ ਜਲਸੇ ਤੇ ਬਹੁਤ ਜ਼ਿਆਦਾ ਵੇਖਨੇ ਆ ਔਰ ਸੁਣਨੇ ਆ, ਉਹਦੇ ਵਿੱਚ ਤੇ ਬੜੀਆਂ ਗੱਲਾਂ ਹੁੰਦੀਆਂ ਨੇ ਕਿ ਗੁਜਰਾਤ ਜਿਹੜਾ ਉਹ ਬੜਾ ਅੱਛਾ ਤਰੱਕੀਆਤੀ ਪ੍ਰੋਜੈਕਟਸ ਉਹਦੇ ਚ ਕੰਮ ਕੀਤੇ ਜਾ ਰਹੇ। ਤੁਸੀਂ ਮੁਤਮਿਨ ਹੋ? ਰਾਏ ਸਾਹਿਬ, ਆਰ ਵੀ ਜਿਹੜੀ ਪਾਰਟੀ ਹੈ ਜਾਂ ਜਿਹੜਾ MNA ਆਉਂਦਾ ਹੈ, ਉਹਦਾ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਆਵਾਮ ਵਾਸਤੇ ਸਹੂਲਤਾਂ ਲਿਆਵੇ, ਆਵਾਮ ਵਾਸਤੇ ਆਪਣੀਆਂ ਜਿਹੜੀਆਂ ਨੇ ਡਿਵੈਲਪਮੈਂਟ ਕਰਾਏ, ਉਹਨਾਂ ਵਾਸਤੇ ਸਕੂਲ ਬਣਾਏ, ਉਹਨਾਂ ਦੇ ਹਸਪਤਾਲ ਬਣਾਏ, ਤਾਂ ਕਿ ਆਪਣੀ ਆਵਾਮ ਨੂੰ ਉਹ ਜਿਹੜੇ ਨੇ ਉਹ ਬਿਹਤਰ ਸਹੂਲਤਾਂ ਮੁਯੱਸਰ ਕਰ ਸਕਣ। ਸਾਡੇ ਜਿਹੜੇ PTI ਦੀ ਗੌਰਮੈਂਟ ਹੈ ਰਾਏ ਸਾਹਿਬ, ਉਹਨਾਂ ਦੇ ਤੇ ਇਹ ਹਾਲਾਤ ਜਿਹੜੇ ਨੇ ਕੋਈ ਨਜ਼ਰ ਹੀ ਨਹੀਂ ਆਉਂਦੇ ਪਿਆ ਵੀ ਕਿ ਉਹ ਸਹੀ ਕੰਮ ਪੇ ਕਰਦੇ ਨੇ। ਨਾ ਤੇ ਉਹਨਾਂ ਨੂੰ ਕੋਈ ਐਕਸਪੀਰੀਅੰਸ ਹੈ, ਨਾ ਉਹਨਾਂ ਕੋਈ ਐਂ ਦੇ ਕੋਈ ਬੰਦੇ ਨੇ ਕਿ ਉਹ ਬਿਹਤਰ ਕਾਰਕਰਦਗੀ ਕਰ ਸਕਣ। ਤੁਸੀਂ ਪੰਜਾਬ ਵਿੱਚ ਦੇਖ ਲਓ, ਪੰਜਾਬ ਵਿੱਚ ਤੇ ਇੰਝ ਲੱਗਦਾ ਜਿਵੇਂ ਗੌਰਮੈਂਟ ਹੈ ਹੀ ਕੋਈ ਨਹੀਂ ਹੈ ਵੀ। ਇਹਨਾਂ ਦੇ ਲਾਅ ਐਂਡ ਆਰਡਰ ਦੇ ਮਸਲੇ ਦੇਖ ਲਓ, ਕੋਈ ਲਾਅ ਐਂਡ ਆਰਡਰ ਨਹੀਂ ਹੈ ਵੀ। ਇੱਥੇ ਇਹਨਾਂ ਦੇ ਥਾਣਿਆਂ ਦੀ ਹਾਲਤ ਤੱਕ ਲਓ, ਇੱਥੇ ਥਾਣਿਆਂ ਦੀ ਕੋਈ ਹਾਲਤ ਨਹੀਂ ਹੈ ਵੀ। ਇੱਥੇ ਕਰਪਸ਼ਨ ਦਾ ਦੇਖ ਲਓ ਤੁਸੀਂ, ਕਰਪਸ਼ਨ ਦੀ ਛੋਟੇ ਲੈਵਲ ਤੇ ਬੜੀ ਕਰਪਸ਼ਨ ਹੈ ਇੱਥੇ। ਹੋਰ ਤੁਸੀਂ ਮਸਾਇਲ ਹੱਲ ਦੇਖ ਲਓ, ਇਹ ਬਿਲਕੁਲ ਕੋਈ ਮਸਲੇ ਹੱਲ ਨਹੀਂ ਪੇ ਕਰਦੇ ਹੈ ਵੀ। ਸਾਡੇ ਹਲਕੇ ਵਿੱਚ ਜਿਹੜੇ ਨੇ ਕੋਈ ਮਸਲੇ ਹੱਲ ਪਏ ਹੁੰਦੇ ਨੇ, ਕੋਈ ਬਿਹਤਰੀ ਵੀ ਆਉਂਦੀ ਏ। ਇਹਦੇ ਵਿੱਚ ਕੋਈ ਅਸੀਂ ਵੀ ਬਿਹਤਰੀ ਕੀਤੀ ਸੀ, ਹੁਣ ਕੋਈ ਆਉਣ ਵਾਲੇ ਵੀ ਕਰਦੇ ਨੇ। ਤੇ ਇਹ ਹਰ ਬੰਦੇ ਦਾ ਫਰਜ਼ ਹੈ ਕਿ ਆਉਣ ਵਾਲੇ ਦਾ ਕਿ ਉਹ ਆਪਣੇ ਇਲਾਕੇ ਵਾਸਤੇ ਬਿਹਤਰੀ ਜਿਹੜਾ ਉਹ ਕਰੇ। ਚੌਧਰੀ ਆਬਦ ਰਜ਼ਾ ਸਾਹਿਬ ਜਿਹੜੇ ਕਿ MNA ਹੁਣ ਦੂਜੀ ਵਾਰੀ ਬਣੇ ਨੇ, ਉਹਨਾਂ ਦੀ ਪਰਫਾਰਮੈਂਸ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਸੋ ਆਬਦ ਰਜ਼ਾ ਸਾਹਿਬ ਨੇ ਜਨਾਬ, ਉਹ ਜਿਹੜੇ ਨੇ ਉਹ ਜੈਨੂਅਨ ਵਰਕਰ ਨੇ, ਉਹ ਦਿਨ ਰਾਤ ਕੰਮ ਕਰਦੇ ਨੇ। ਉਹਨਾਂ ਦੇ ਹਲਕੇ ਤੁਸੀਂ ਪਿਛਲੇ ਦੌਰ ਵਿੱਚ ਦੇਖ ਲਓ, ਉਹਨਾਂ ਰਿਕਾਰਡ ਕੰਮ ਕਰਾਏ ਨੇ। ਉਹਦੇ 'ਚ ਉਹਨਾਂ ਰੋਡਸ ਬਣਾਏ ਨੇ, ਕਾਲਜ ਬਣਾਏ ਨੇ, ਹਸਪੀਟਲ ਬਣਾਏ ਨੇ। ਉਹਨਾਂ ਨੇ ਜਿਹੜੇ ਸਾਡੇ ਨਾਲਿਆਂ ਦੇ ਪੁਲ ਸੀ, ਸਾਡੇ ਇਲਾਕੇ ਵਿੱਚ ਬੜਾ ਮਸਲਾ ਹੈ ਕਿ ਜਿਹੜੇ ਪੁਲਾਂ ਦਾ ਮਸਲਾ ਸੀ, ਉਹ ਰਾਏ ਸਾਹਿਬ ਉਹਨਾਂ ਨੇ ਕਾਫੀ ਜਿਹੜੇ ਨੇ ਉਹ ਮਸਲੇ ਲੋਕਾਂ ਦੇ ਹੱਲ ਕੀਤੇ। ਉਹਨਾਂ ਨੇ ਇਸ ਤੋਂ ਇਲਾਵਾ ਕਾਫੀ ਮਸਾਇਲ ਹੱਲ ਕੀਤੇ। ਉਹਨਾਂ ਨੇ ਹੁਣ ਵੀ ਉਹ ਪਾਰਟੀ 'ਚ ਰਹਿ ਕੇ ਆਪਣੀ ਪਾਰਟੀ ਵਾਸਤੇ ਉਹ ਕੰਮ ਕਰਦੇ ਨੇ ਪਏ। ਉਹ ਦਿਨ ਰਾਤ ਮੁਤਹਰਕ ਨੇ, ਔਰ ਆਪਣੇ ਵਰਕਰ ਨਾਲ ਉਹਨਾਂ ਦੀ ਅਟੈਚਮੈਂਟ ਹੈ, ਔਰ ਉਹ ਬਿਹਤਰ ਕਾਰਗਰਦਗੀ ਪੇ ਕਰਦੇ ਨੇ। ਅੱਜ ਕੱਲ੍ਹ ਤੇ ਉਹ ਆਪੋਜੀਸ਼ਨ 'ਚ ਬੈਠੇ ਨੇ, ਕੰਮ ਤੇ ਉਹਨਾਂ ਦੇ ਨਹੀਂ ਵੀ ਹੋ ਰਿਹਾ ਵੀ। ਵੈਸੇ ਉਹਨਾਂ ਦੀ ਕਾਰਕਰਦਗੀ ਦੇਖ ਲਓ ਤੁਸੀਂ, ਤੇ ਪਾਰਟੀ ਵਾਸਤੇ ਉਹ ਬੜੀ ਅੱਛੀ ਹੈ। ਪਾਰਟੀ ਨੂੰ ਮੁਨਜ਼ਮ ਪੇ ਕਰਦੇ ਨੇ, ਪਾਰਟੀ ਵਾਸਤੇ ਬਿਹਤਰ ਜਿਹੜੀ ਹੈ ਮੈਨੇਜਮੈਂਟ ਕਰਦੇ ਨੇ ਪਏ, ਤੇ ਉਹ ਬੜੇ ਅੱਛੇ ਜਾ ਰਹੇ ਨੇ। ਸਰ, ਪੂਰੇ ਪਾਕਿਸਤਾਨ ਦੇ ਵਿੱਚ ਜਿਹੜੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਸਪੋਰਟਰਸ ਨੇ, ਵੋਟਰਸ ਨੇ, ਚਾਹੇ ਉਹ ਨੌਜਵਾਨ ਨੇ, ਬੁੱਢੇ ਨੇ, ਯੰਗਸਟਰ ਜਿਹੜੇ ਵੀ ਨੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਉਹ ਪਾਕਿਸਤਾਨ ਮੁਸਲਿਮ ਲੀਗ ਨੂਨ ਨੂੰ ਆਇੰਦਾ ਬਲਦੀਆਤੀ ਇਲੈਕਸ਼ਨ ਦੇ ਵਿੱਚ ਜਾਂ ਜਨਰਲ ਇਲੈਕਸ਼ਨਸ ਦੇ ਵਿੱਚ ਵੱਧ ਚੜ੍ਹ ਕੇ ਸਪੋਰਟ ਕਰਨ? ਰਾਏ ਸਾਹਿਬ, ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹ ਕਹਾਂਗਾ ਕਿ ਉਹ ਆਪਣੇ ਲੀਡਰਾਂ ਨਾਲ ਜਿਹੜਾ ਸਾਨੂੰ ਉਹਨਾਂ ਨਜ਼ਰੀਆ ਦਿੱਤੇ ਆ, ਵੋਟ ਨੂੰ ਇੱਜ਼ਤ ਦਿਓ, ਉਹਦੇ ਨਾਲ ਖਲੋਣ, ਪਾਰਟੀ ਵਿੱਚ ਰਹਿ ਕੇ ਮੁਤਹਰਕ ਹੋਣ, ਆਪਣੇ ਵੋਟਰਸ ਆਪਣੇ ਭਾਈਆਂ ਨਾਲ ਬਿਹਤਰ ਤਲਕ ਬਣਾਉਣ, ਔਰ ਬਿਹਤਰ ਕਾਰਕਰਦਗੀ ਦੀ ਬੁਨਿਆਦ ਤੇ ਜਿਹੜੀ ਬਿਹਤਰ ਕਾਰਕਰਦਗੀ ਅਸੀਂ ਪਿਛਲੇ ਦੌਰ 'ਚ ਕੀਤੀ ਹੈ ਉਹਨੂੰ ਰੱਖ ਕੇ ਤੇ ਲੋਕਾਂ ਕੋਲ ਜਾਣ, ਲੋਕਾਂ ਕੋਲ ਵੋਟ ਮੰਗਣ, ਔਰ ਆਪਣੀ ਕਾਰਕਰਦਗੀ ਪਿਛਲੀ ਹੈ ਜਿਹੜੀ 2013 ਤੋਂ 18 ਵਾਲੀ, ਉਹ ਲੋਕਾਂ ਨੂੰ ਦੱਸ ਕੇ ਤੇ ਆਪਣਾ ਇਲੈਕਸ਼ਨ ਲੜਨ।
ਔਰ ਲੋਕਾਂ ਨੂੰ ਇਹ ਵੀ ਦੱਸਣ ਕਿ 2013 ਤੋਂ 18 ਸਾਡੀ ਇਹ ਕਾਰਕਰਦਗੀ ਸੀ, 2018 ਤੋਂ ਜਿਹੜੀ ਹੈ ਔਨਵਰਡ ਹੈ ਉਹ ਇਹਨਾਂ ਦੀ ਇਹ ਕਾਰਕਰਦਗੀ ਹੈ। ਤੁਸੀਂ ਮੁਆਵਜ਼ਾ ਕਰ ਲਓ ਕਿ ਸਾਡੀ ਕਾਰਕਰਦਗੀ ਬਿਹਤਰ ਹੈ ਜਾਂ ਇਹਨਾਂ ਦੀ ਕਾਰਕਰਦਗੀ ਬਿਹਤਰ ਹੈ। ਤੁਸੀਂ ਉਹਨਾਂ ਬੰਦਿਆਂ ਨੂੰ ਵੋਟ ਦਿਓ ਜਿਹੜੇ ਤੁਹਾਡੇ ਵਾਸਤੇ ਬਿਹਤਰ ਹੋ ਸਕਦੇ ਨੇ, ਚਾਹੇ ਅਸੀਂ ਹੋਈਏ ਜਾਂ ਜੇ ਇਹਨਾਂ ਦੀ ਕਾਰਕਰਦਗੀ ਬਿਹਤਰ ਹੈ ਇਹਨਾਂ ਨੂੰ ਮੁੰਤਖਬ ਕਰੋ, ਜਿਹੜੇ ਅੱਛੇ ਲੋਕ ਨੇ ਉਹਨਾਂ ਨੂੰ ਮੁੰਤਖਬ ਕਰੋ। ਜ਼ਬਰਦਸਤ ਲੋਹਾ ਤਰੋੜ ਸਰ ਗੱਲਾਂ ਤੁਸੀਂ ਕੀਤੀਆਂ ਨੇ ਔਰ ਕਰ ਰਹੇ ਹੋ। ਚੋਈ ਸਾਹਿਬ, ਇਹ ਜਿਹੜੇ ਪੰਜਾਬੀ ਰਾਕਟ ਸਾਇੰਸ ਪੰਜਾਬੀਆਂ ਦੀ ਡੇਰੇਦਾਰੀ ਹੈ, ਸਾਰੀ ਦੁਨੀਆ ਤੋਂ ਪੰਜਾਬੀ ਆਉਂਦੇ ਨੇ ਇਸ ਡੇਰੇਦਾਰੀ ਤੇ ਸ਼ਿਰਕਤ ਕਰਦੇ ਨੇ। ਤੁਹਾਡੇ ਜੇ ਅੱਛੇ ਜਿਹੜੇ ਰਹਿਨੁਮਾ ਨੇ, ਚਾਹੇ ਉਹ ਸਿਆਸੀ ਨੇ ਜਾਂ ਕਿਸੇ ਵੀ ਤਬਕਾ ਫਿਕਰ ਦੇ ਨਾਲ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਤਲਕ ਆਉਂਦੇ ਨੇ, ਸਾਡੇ ਇਲਮ 'ਚ ਇਜ਼ਾਫਾ ਕਰਦੇ ਨੇ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕੀ ਤਾਸਰਾਤ ਨੇ ਪੰਜਾਬੀ ਰਾਕਟ ਸਾਇੰਸ ਦੇ ਬਾਰੇ? ਪੰਜਾਬੀ ਰਾਕਟ ਸਾਇੰਸ, ਰਾਜ ਸਾਹਿਬ ਤੁਸੀਂ ਚੈਨਲ ਸ਼ੁਰੂ ਕੀਤਾ ਹੈ, ਸਾਡੀ ਆਪਣੀ ਜ਼ੁਬਾਨ ਵੀ ਤੁਸੀਂ ਸ਼ੁਰੂ ਕੀਤਾ ਹੈ, ਇਹ ਬੜਾ ਅੱਛਾ ਚੈਨਲ ਹੈ। ਇਹਦੇ ਵਿੱਚ ਮੇਰੇ ਨਾਲੋਂ ਤੇ ਵੱਧ ਕੱਦ ਦੇ, ਮੇਰੇ ਨਾਲੋਂ ਵੱਧ ਇਲਮ ਦੇ ਬੰਦੇ ਤੁਸੀਂ ਬੁਲਾਏ ਨੇ ਵਿੱਚ। ਉਹਨਾਂ ਜਿਹੜੀਆਂ ਗੱਲਾਂ ਨੇ ਕੀਤੀਆਂ ਨੇ ਉਹ ਸਾਡੇ ਵਾਸਤੇ ਮਸ਼ਲੇ ਰਾਹ ਨੇ। ਇਹ ਲੋਕਾਂ ਦੇ ਇਲਮ ਵਿੱਚ ਇਜ਼ਾਫੇ ਦਾ ਇੱਕ ਜ਼ਰੀਆ ਹੈ। ਤੁਸੀਂ ਬੜਾ ਹੀ ਅੱਛਾ ਕੰਮ ਕੀਤਾ ਹੈ। ਤੁਸੀਂ ਲੋਕਾਂ ਨੂੰ ਇਲਮ, ਸ਼ਊਰ ਔਰ ਦੀ ਦੌਲਤ ਨਾਲ ਮਾਲਾ ਮਾਲ ਪੇ ਕਰਦੇ ਹੋ, ਤੇ ਤੁਸੀਂ ਮੈਨੂੰ ਉਮੀਦ ਹੈ ਕਿ ਤੁਸੀਂ ਅੱਗੋਂ ਵੀ ਇਹਦੇ ਵਿੱਚ ਅੱਛਿਆਂ ਲੋਕਾਂ ਨੂੰ, ਬਿਹਤਰ ਲੋਕਾਂ ਨੂੰ ਲਿਆ ਕੇ ਲੋਕਾਂ ਨੂੰ ਆਪਣੀ ਗੱਲ ਪਹੁੰਚਾਉਣ ਦਿਓ। ਚੋਈ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਸ਼ਿਰਕਤ ਕੀਤੀ ਅੱਜ ਪ੍ਰੋਗਰਾਮ ਦੇ ਵਿੱਚ। ਤੁਹਾਡੀ ਅਜ਼ਮਤ ਨੂੰ ਸਲਾਮ ਪੇਸ਼ ਕਰਨੇ ਆ। ਬਹੁਤ ਵੱਡਾ ਇੱਕ ਘਰਾਨਾ ਹੈ ਤੁਹਾਡਾ, ਪੰਜਾਬ ਦੀ ਸਿਆਸਤ ਦਾ ਬਾਂਤਾ ਖਾਨਦਾਨ। ਉਸ ਘਰਾਨੇ ਦੇ ਤੁਸੀਂ ਚਸ਼ਮੋ ਚਿਰਾਗ ਹੋ। ਜ਼ਿਲ੍ਹਾ ਨਾਇਬ ਸਦਰ ਹੋ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ, ਸਾਬਕ ਚੇਅਰਮੈਨ ਹੋ ਯੂਨੀਅਨ ਕੌਂਸਲ ਮਾਮਲਕਾ ਦੇ। ਤੁਹਾਡੀ ਅਜ਼ਮਤ ਨੂੰ ਸਲਾਮ ਪੇਸ਼ ਕਰਨੇ ਆ। ਚੌਧਰੀ ਆਮਰ ਮਹਿੰਦੀ ਸਾਹਿਬ, ਜਿਹੜੇ ਤੁਹਾਡੇ ਅੱਛੇ ਤੇ ਨੇਕ ਮੁਕਾਸਦ ਨੇ, ਆਪਣੇ ਹਲਕੇ, ਆਪਣੇ ਜ਼ਿਲ੍ਹੇ, ਆਪਣੇ ਸੂਬੇ ਦੀ ਆਵਾਮ ਦੀ ਖਿਦਮਤ ਕਰਨ ਦੇ, ਅੱਲਾਹ ਤਾਲਾ ਉਹਨਾਂ ਦੇ ਵਿੱਚ ਤੁਹਾਨੂੰ ਕਾਮਯਾਬ ਕਰੇ। ਬਹੁਤ ਜ਼ਿਆਦਾ ਸ਼ੁਕਰੀਆ ਦੋਸਤੋ, ਤੁਹਾਡਾ ਵੀ ਬਹੁਤ ਜ਼ਿਆਦਾ ਸ਼ੁਕਰੀਆ। ਅੱਲਾਹ ਸੋਹਣੇ ਦੇ ਵਾਲੇ, ਥੈਂਕ ਯੂ। ਬੜੀ ਮਿਹਰਬਾਨੀ ਰਾਜ ਸਾਹਿਬ। ਅੱਲਾਹ ਹਾਫਿਜ਼।